मैं मौजूद हूँ तहसील चनियोट में। इस वक्त गांव है ठट्ठा मोचियाँ। ये दरियाए चनाब के किनारे गांव है जिसके अंदर सैलाब में पानी आ गया था। इस जगह से कहते हैं 8 लाख क्यूसिक से ज़्यादा पानी गुजरा है। ये जो ठट्ठा मोचियाँ है, इसको यहाँ से लोगों को एवैक्यूएट किया गया था, यहाँ पानी आ गया था। अब लोग वापस अपने घरों को आ गए हैं। हम इस प्रोग्राम में वहाँ जाएंगे जहाँ पानी आया और पानी गुजर गया है और लोग वापस अपने घरों को पहुंच गए हैं। तो हम जानने की कोशिश करेंगे कि पहुंचने के बाद की ज़िंदगी क्या है। एक तो सब ने दिखाया जब पानी आया लोग टेंटों में चले गए, रिलीफ का वक्त हुआ, लेकिन अब सेंट्रल पंजाब में जैसे ये चनियोट में पानी दरियाए चनाब से गुज़र गया है और गुज़रने के बाद लोग वापस अपने घरों में, अपनी फसलों में, अपनी जगह पे पहुँचे हैं। तो क्या हालात हैं। मैं ठट्ठा मोचियाँ में मौजूद हूँ। मेरे साथ मौजूद हैं जुल्फ़कार साहब जो इस गांव के नंबरदार भी हैं। इनसे थोड़ा जानेंगे ठट्ठा मोचियाँ के हवाले से। अस्सलाम वालेकुम जुल्फ़कार। जुल्फ़कार साहब, इलाका छट गए सो जी, पहले सैलाब तो पहले सानू वार्निंग एसी साहब, डीसी साहब, डीपीओ साहब आए सी। उन्होंने सानू पिंड दे वार्निंग दी कि फ्लड बहुत ज़्यादा है, बच्चे बुच्चे लैके चले जाओ। असी फिर सर चले गए, उन्हें साडे नाल बड़ी मदद की सर। नहीं तुसी चले गए, कितने दिन बाहर रहे? असी सर उत्थे ना 5-6 दिन बाहर रहे। फिर 5-6 दिन पानी गुजर गया? पानी गुजर गया, फिर असी वापस आ गए फैमिली समेत। आखिरी वारी किदों इलाका छड़िया सी तुसी? 14 तो बाद हुण 5 च सैलाब आया? जी सर। ਇਹਦਾ मतलब 11 साल सैलाब नहीं आया? नहीं आया सर। ਤੇ ਹੁਣ ਜਦੋਂ ਤੁਸੀਂ ਵਾਪਸ ਆਏ ਹੋ ਜੀ ਜੀ ਕੀ ਨੁਕਸਾਨ ਹੋਇਆ ਤੁਹਾਡਾ? ਸਾਡੇ ਪਿੰਡ ਦਾ ਨੁਕਸਾਨ ਸਰ ਕਿਹੜਾ ਨਾ, ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ। ਕਿਹੜੀਆਂ ਫਸਲਾਂ ਲੱਗੀਆਂ ਹੋਈਆਂ? ਇੱਥੇ ਸਰ ਮੁੰਜੀ ਹੈ, ਚਾਵਲ ਦੀ ਫਸਲ ਹੈ, ਮੱਕੀ ਦੀ ਫਸਲ ਹੈ, ਅਰਬੀ ਹੈ, ਇਸ ਤਰ੍ਹਾਂ ਦੀ ਫਸਲਾਂ ਸਰ। ਤੇ ਫਸਲ ਸਾਰੀ ਤਬਾਹ ਹੋ ਗਈ? ਜੀ ਸਾਰੀ ਤਬਾਹ ਹੋ ਗਈ ਸਰ। ਇਹ ਤੁਹਾਡੇ ਸਾਹਮਣੇ ਸਰ ਸਾਰੀ ਫਸਲ ਕਿਹੜੀ ਨਾ ਸਾਰੀ ਖਤਮ ਹੋ ਗਈ ਸਰ। ਤੇ ਇਹਨੂੰ ਦੁਬਾਰਾ ਕਾਬਲੇ ਕਾਸ਼ ਕਰਨ ਲਈ ਕੀ ਕਰਨਾ ਪਏਗਾ? ਇਹਨੂੰ ਦੁਬਾਰਾ ਕਾਬਲੇ ਕਾਸ਼ ਵਾਸਤੇ ਸਾਰੇ ਜਦੋਂ ਪਾਣੀ ਸੁੱਕ ਸੀ ਗਿਆ ਫਿਰ ਸਰ ਬੜੀ ਮਿਹਨਤ ਕਰਨੀ, ਵਿੱਚ ਮਿੱਟੀ ਸੱਟ ਗਿਆ, ਦਰਿਆ ਨੀਵੀਂ ਉੱਚੀ ਜ਼ਮੀਨ ਕਰ ਗਿਆ ਸਰ। ਤੇ ਉਹਦਾ ਕੀ ਹੱਲ ਹੁੰਦਾ? ਉਹਦੇ ਵਿੱਚ ਹਾਲੇ ਇਹ ਟਰੈਕਟਰ ਨਾਲ ਵਾਹ ਕੇ ਸਰ ਤੇ ਫਿਰ ਲੀਜ਼ਰ ਮਾਰਨਾ ਪਾਉਣਾ, ਕਰਾਹ ਨਾਲ ਇੱਕੋ ਜੀ ਕਰਨੀ ਪਾਉਣੀ ਹੈ ਸਰ, ਤੇ ਫਿਰ ਬਾਅਦ ਵਿੱਚ ਇਸਤੇਮਾਲ ਉਸੀ। ਅੱਛਾ, ਤੇ ਹੁਣ ਅਗਲੀ ਫਸਲ ਕਿਦੋਂ ਲਾਣੀ ਹੈ ਤੁਸੀਂ? ਅਗਲੀ ਫਸਲ ਸਰ ਸਾਡੇ ਕੋਲ ਆਲੂ ਔਰ ਮਟਰ ਦੀ ਫਸਲ ਆਣੀ ਹੈ ਸਰ। ਉਤਾਂ ਦਾ ਅਗਰ ਪਾਣੀ ਇਹ ਸੁੱਕ ਗਿਆ ਜਾਂ ਮਤਲਬ ਉਸ ਤਾਂ ਕਾਸ਼ਤ ਉਸ ਗਿਆ ਨਾ ਹੋਈ ਤਾਂ ਫਿਰ ਮੱਕੀ ਫਸਲ ਉਸੀ ਅੱਗੇ ਨੂੰ 6 ਮਹੀਨੇ ਕਿਦੋਂ ਹੈ? 6 ਮਹੀਨੇ ਠਹਿਰ ਕੇ। ਤੇ ਜਿਹੜੀ ਆਲੂ ਹੈ ਮਟਰ ਹੈ ਇਹ ਕਿਦੋਂ ਹੈ? ਇਹ ਤਕਰੀਬਨ 1 ਮਾਹ ਬਾਅਦ ਸਰ। ਤੇ ਮਹੀਨੇ 'ਚ ਜ਼ਮੀਨ ਤਿਆਰ ਹੋ ਜਾਏਗੀ ਆਲੂ ਮਟਰ? ਮੁਸ਼ਕਿਲ ਹੈ, ਮੇਰੇ ਖਿਆਲ ਮੁਸ਼ਕਿਲ ਸਰ। ਮੁਸ਼ਕਿਲ ਹੈ। ਇਹਦਾ ਮਤਲਬ ਹੈ ਤੁਹਾਡੀ ਇੱਕ ਤੇ ਮੁੰਜੀ ਤਬਾਹ ਹੋ ਗਈ ਜੀ ਸਰ, ਤੇ ਇੱਕ ਤੁਸੀਂ ਆਲੂ ਤੇ ਮਟਰ ਨਹੀਂ ਲਾ ਸਕਦੇ? ਨਹੀਂ ਲਾ ਸਕਦੇ ਸਰ। ਨਹੀਂ ਲਾ ਸਕਦੇ ਜੀ ਸਰ। ਹੁਣ ਤੁਸੀਂ ਜਾ ਕੇ ਮਕਈ ਲਾਓਗੇ ਔਰ ਉਹ ਜਾ ਕੇ ਲਾਓਗੇ ਕਿਹੜੇ ਮਹੀਨੇ 'ਚ? ਉਹ ਸਰ ਨਾ ਮਕਈ ਕਿਹੜੀ ਹੈ ਨਾ तकरीबन 6 महीने ठहर के सर। 6 महीने ठहर के मतलब अगले साल ही हो जी गया? सर, जी सर। अगले साल हो जी सर। ਤੇ ਇਸ ਦੌਰਾਨ ਕੀ ਕਰਨਗੇ ਲੋਕ? ਵੇਲੇ ਸਰ ਕੋਈ ਕੰਮ ਤਾਂ ਹੈ ਨਹੀਂ ਸਰ, ਤੇ ਇਹ ਕਾਸ਼ਤਕਾਰੀ ਸਾਡਾ ਕੰਮ ਹੈ। ਤੇ ਗਰੀਬ ਲੋਕ ਹਨ, ਸਾਡਾ ਪਿੰਡ ਸਾਰਾ ਗਰੀਬ ਲੋਕ ਹੈ, ਮਜ਼ਦੂਰ ਲੋਕ ਹਨ ਸਰ। ਤੇ ਮਜ਼ਦੂਰੀ ਜਾਂ ਇਹ ਕੋਈ ਖੇਤੀਬਾੜੀ ਥੋੜੀ ਬਾੜੀ ਠੇਕੇ ਜ਼ਮੀਨ ਲੈ ਕੇ ਕਰਦੇ ਸੀ, ਤੇ ਉਹ ਠੇਕੇ ਵਾਲੀ ਜ਼ਮੀਨ ਕਿਹੜੀ ਹੈ ਸਰ ਉਹ ਸਾਰੀ ਤਬਾਹ ਹੋ ਗਈ ਹੈ ਸਰ, ਫਸਲਾਂ ਤਬਾਹ ਹੋ ਗਈ। ਤੇ ਜਿਹਦੀ ਜ਼ਮੀਨ ਹੈ ਉਹ ਠੇਕਾ ਲਏਗਾ? ਜੀ ਉਹਨਾਂ ਠੇਕਾ ਐਡਵਾਂਸ ਲਿਆ ਸਰ। ठेका माफ नहीं होएगा? नहीं माफ नहीं होगा ठेका सर। ठेका एडवांस है सर, उन्हें ले लिया साल का ठेका एडवांस ले लेने, लेकिन वो ਉਹਦੇ ਸੈਲਾਬ ਆ ਗਏ? सैलाब आ गए। ਤੇ ਕਿੰਨੇ ਘਰ ਨੇ ਤੁਹਾਡੇ ਪਿੰਡ? साढ़े तकरीबन 55 घर है, 55-60 घर है सर। ਇਹ ਠੱਠੀਆਂ ਮੋਚੀਆਂ? जी ठट्ठा मोचियाँ 55-60 घर है सर। 55-60 ਘਰ ਹੈ जी सर। ਔਰ ਇੱਥੇ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਕਾਸ਼ਤਕਾਰ ਨੇ? जी काश्तकार तो मजदूर लोग हैं सर। ਮਜ਼ਦੂਰੀ ਕਰਨ ਤੇ ਚਨਿਓਟ ਜਾਂਦੇ ਹੋਣਗੇ? जी मजदूरी चनियोट मिल गई, कितने मिल गई मजदूरी करने उत्थे जाने सर। ਕੋਈ ਜਾਨਵਰਾਂ ਦਾ ਨੁਕਸਾਨ ਹੋਇਆ? जी जानवर का कोई नुकसान नहीं है सर। ਉਹ ਕੀ ਨਾਲ ਲੈ ਗਏ ਸੋ? जी नाल ਅਸੀਂ ਬਾਹਰ ਕੱਢ ਲਿਆ ਸੀ। ਏਸੀ ਸਾਹਿਬ ਵੀ, ਡੀਸੀ ਸਾਹਿਬ ਵੀ, ਡੀਪੀਓ ਸਾਹਿਬ ਆਇਆ ਸੀ ਸਾਡੇ ਕੋਲ, ਉਹਨਾਂ ਸਾਨੂੰ ਇਨਫੋਰਮੇਸ਼ਨ ਤੇ ਦਿੱਤੀ। ਹੋਰ ਕੀ ਨੁਕਸਾਨ ਹੋਇਆ? ਇੱਕ ਤੇ ਫਸਲ ਦਾ ਨੁਕਸਾਨ ਹੋਇਆ, ਹੋਰ ਕੀ ਨੁਕਸਾਨ ਹੋਇਆ ਤੁਹਾਡਾ? ਹੋਰ ਏਡਾ ਖਾਸ ਕੋਈ ਨਹੀਂ ਨੁਕਸਾਨ ਸਾਡੇ ਪਿੰਡ 'ਚ ਹੋਇਆ ਸੀ, ਬਸ ਇਹੀ ਫਸਲਾਂ ਦਾ ਜ਼ਿਆਦਾ ਨੁਕਸਾਨ ਹੋਇਆ। ਕੋਈ ਅੱਲਾਹ ਤਾਲਾ ਨੇ ਬਚਾ ਲਿਆ, ਘਰਾਂ ਨੂੰ ਮਹਿਫੂਜ਼ ਰੱਖ ਲਿਆ। ਘਰਾਂ ਨੂੰ ਪੱਕੇ ਘਰ? ਲੇਕਿਨ ਕੋਈ ਸਾਡੇ ਘਰ ਪੱਕੇ ਸਨ? ਪੱਕੇ ਘਰ ਸਨ। ਕੁਝ ਲੋਕ ਹਨ ਸਾਡੇ ਪਿੰਡ ਵਿੱਚ ਕਿਹਨਾਂ ਦੇ ਘਰਾਂ ਨੂੰ ਨਾ ਦਰਾੜਾਂ ਆ ਗਈਆਂ ਕਿਉਂਕਿ ਉਹ ਡੈਮਾਂ ਜੋ ਹਨ ਥੋੜੇ ਬਾੜੇ ਪਾਣੀ ਦੀ ਵਜ੍ਹਾ। ਜੀ ਪਾਣੀ ਕਿੰਨੇ ਫੁੱਟ ਪਾਣੀ ਆਇਆ ਪਿੰਡ? ਇੱਥੇ ਪਾਣੀ ਜੀ ਪਿੰਡ ਦੇ ਵਿੱਚ ਕਿਹੜਾ ਨਾ ਉਹ 3-4 ਫੁੱਟ ਸੀ, ਤੇ ਸਾਈਡਾਂ ਤੇ ਤਾਂ ਪਾਣੀ ਬਹੁਤ 10-12 ਫੁੱਟ ਸੀ। ਫਸਲਾਂ ਹੀ 10 ਫੁੱਟ ਸੀ? ਜੀ ਜੀ। ਪਿੰਡ ਥੋੜਾ ਉੱਚਾ ਹੈ? ਪਿੰਡ ਸਾਡਾ ਉੱਚਾ ਹੈ ਸਰ, ਤੇ ਦਰਿਆ ਚਨਾਬ ਹੈ ਬਿਲਕੁਲ ਨਾਲ? ਬਿਲਕੁਲ ਨਜ਼ਦੀਕ ਹੈ ਸਰ। ਤੁਸੀਂ ਦਰਿਆ ਦੇ ਵਿੱਚ ਬੈਠੇ ਹੋ? ਜੀ ਬਿਲकुल ਦਰਿਆ ਦੇ ਵਿੱਚ ਬੈਠੇ ਹਾਂ ਅਸੀਂ। ਕਿੰਨਾ ਪੁਰਾਣਾ ਪਿੰਡ ਹੈ ਇਹ? ਸਰ 100 ਸਾਲ ਹੋ ਗਿਆ ਇੱਥੇ ਸਾਨੂੰ ਬੈਠਿਆਂ ਤਕਰੀਬਨ। ਅੱਗੇ ਪਿੰਡ ਸਾਰਾ ਪਿੱਛੇ ਸੀ, ਉੱਥੇ ਦਰਿਆ ਗੇਰ ਦਿੱਤਾ, ਫਿਰ ਇੱਥੇ ਇਹ ਜ਼ਮੀਨ ਉੱਚੀ ਸੀ,
ਉੱਥੇ ਜ਼ਮੀਨ ਦੀ ਇੱਥੇ ਆ ਕੇ ਨਾ ਸਾਡੇ ਬਜ਼ੁਰਗਾਂ ਆ ਕੇ ਇੱਥੇ ਸਾਰੇ ਪਿੰਡ ਵਾਲਿਆਂ ਨੇ ਇੱਥੇ ਬਾ ਦਿੱਤਾ पर जे हर साल सैलाब आएगा फिर की करोगे? ਸਰ ਅੱਲਾ ਵਾਰਿਸ ਹੈ ਫਿਰ नहीं मतलब वो कहते ने अगले साल फिर सैलाब का खतरा है, फिर की करोगे? ਸਰ ਸੈਲਾਬ ਦਾ ਖਤਰਾ ਵੀ ਆ ਤਾਂ ਅਸੀਂ ਕਿਤੇ ਜਾਵੇ ਸਾਡੇ ਕੋਲ ਨਾ ਇਤਨਾ ਅਖਰਾਜਾਤ ਹੈ ਵੀ ਅਸੀਂ ਜ਼ਮੀਨ ਖਰੀਦ ਸਕਦੇ ਹਾਂ ਨਾ ਕੋਈ ਸਾਡੇ ਕੋਲ ਵਸਾਇਲ ਵੀ ਅਸੀਂ ਕੋਈ ਉਸ 'ਚ ਕਰ ਸਕਦੇ ਹਾਂ ਵੀ ਉਹ ਵਸਾਇਲ ਹੋਵੇ ਕੋਈ ਵੀ ਉੱਥੇ ਖਰੀਦ ਕੇ ਅਸੀਂ ਬਹਿ ਜਾਈਏ ਹਕੂਮਤ ਦੇ ਥਰੂ ਮਿਹਰਬਾਨੀ ਹੋਗੀ ਕੋਈ ਜ਼ਮੀਨ ਸਰਕਾਰੀ ਜ਼ਮੀਨ ਜਾਂ ਕੋਈ ਪਲਾਟ ਮਿਲ ਗਿਆ क्योंकि देखो ना 6 महीने तक फसल नहीं हो सकती ਜੀ ਜੀ ਸਰ ਤੇ ਇੱਕ ਫਸਲ ਲਾਓਗੇ ਜੀ ਜੀ ਜੇ ਫੇਰ ਸੈਲਾਬ ਆ ਗਿਆ ਤਾਂ ਫੇਰ ਸਾਰਾ ਜ਼ਮੀਨ ਫੇਰ ਤਬਾਹ ਹੋ ਜਾਏਗੀ ਜੀ ਬਿਲਕੁਲ ਇਸੇ ਤਰ੍ਹਾਂ ਹੀ ਤੇ ਤੁਸੀਂ ਬੈਠੇ ਤੇ ਦਰਿਆ ਦੇ ਵਿੱਚ ਜੀ ਹੀ ਹੋ। ਦਰਿਆ ਦੇ ਵਿੱਚ ਬੈਠੇ ਆ ਸਰ ਲੇਕਿਨ ਸਾਡੇ ਕੋਲ ਜ਼ਮੀਨ ਨਹੀਂ ਹੈ ਘਰ ਬਣਾਉਣ ਵਾਸਤੇ ਇਹ ਜਿਹੜੀ ਤੁਹਾਡਾ ਪਿੰਡ ਹੈ ਇਹ ਤੁਹਾਡੀਆਂ ਆਪਣੀਆਂ ਜ਼ਮੀਨਾਂ ਨੇ? ਨਹੀਂ ਸਰ ਇਹ ਆਪਣੀ ਜ਼ਮੀਨ ਨਹੀਂ ਹੈ ਇਹ ਕੀ ਹੈ? ਇਹ ਸਰ ਨਾ ਪਹਿਲੇ ਤਾਂ ਸਾਨੂੰ ਇੱਥੇ ਬਾਇਆ ਗਿਆ ਸੀ ਵੀ ਸਰਕਾਰੀ ਜ਼ਮੀਨ ਹੈ, ਲੇਕਿਨ ਬਾਅਦ ਦੇ ਪਤਾ ਨਹੀਂ ਕੀ ਮਸਲਾ ਬੜਿਆ ਕੋਈ ਆਂਦਾ ਸਾਡੀ ਹੈ ਕੋਈ ਆਂਦਾ ਸਾਡੀ ਹੈ ਲੇਕਿਨ ਹਾਲੇ ਤਾਂ ਅਸੀਂ ਬੈਠੇ ਸਾਨੂੰ ਕਿਸੇ ਉਠਾਇਆ ਨਹੀਂ ਹੈ ਉਠਾਇਆ ਨਹੀਂ ਜੀ ਕਾਗਜ਼ ਪੱਤਰ ਕੋਈ ਨਹੀਂ ਨਹੀਂ ਕਾਗਜ਼ ਕੋਈ ਨਹੀਂ ਸਾਡੇ ਕੋਲ ਸਰ ਕਾਗਜ਼ ਕੋਈ ਨਹੀਂ ਤੁਸੀਂ ਵੈਸੇ 100 ਜੀ ਸਾਲ ਤੋਂ ਵੈਸੇ ਜੀ 100 ਸਾਲ ਤੋਂ ਜੀ ਬੈਠੇ बैठे हैं ਔਰ इर्द गिर्द काश्त कर रहे जी ये काश ठेके ज़मीन लेके कुछ मजदूरी कर दें कुछ काश कर दें सर ਕੁਝ ਮਜ਼ਦੂਰੀ ਕਰਦੇ ਹੋ ਕੁਝ ਕਾਸ਼ਤ ਕਰਦੇ ਹੋ जी सर ਇਹ ਜਿਹੜਾ ਫਸਲਾਂ ਦਾ ਨੁਕਸਾਨ ਹੋਇਆ ਹੈ ਜੀ ਇਹਦੇ ਸਰ। ਬਾਰੇ 'ਚ ਕਿਸਾਨ ਕੀ ਸੋਚ ਰਿਹਾ ਇੱਥੇ ਕੀ ਕੀਤਾ ਤੁਸੀਂ ਕਾਸ਼ਤ ਕਰਦੇ ਹੋ जी मैं काश कर दूँ ਕਿੰਨੇ ਰਕਬੇ ਤੇ ਕਾਸ਼ਤ ਕਰਦੇ ਹੋ मेरे को तकरीबन जी 30 ਤੋਂ 35 एकड़ ज़मीन काश करदा जी ਆਪਣੀ ਹੈ ਤੁਹਾਡੀ नहीं 35 नहीं ठेका ज़मीन ਆਪਣੀ ਜ਼ਮੀਨ ਕਿੰਨੀ ਹੈ अपनी कोई नहीं सर ਆਪਣੀ ਕੋਈ ਨਹੀਂ नहीं सर ਨੰਬਰਦਾਰ ਦੀ ਆਪਣੀ ਵੀ 1 नहीं। ਏਕੜ ਜਗ੍ਹਾ ਨਹੀਂ नहीं नहीं जी ਤੇ 35 ਏਕੜ ਕੀ ਠੇਕਾ ਹੈ ਫੀ ਏਕੜ ਇੱਥੇ ਸਰ ਠੇਕਾ ਕਿਹੜਾ ਨਾ ਤਕਰੀਬਨ 2 ਲੱਖ ਠੇਕਾ ਹੈ ਸਰ ਫੀ ਏਕੜ ਪੌਣੇ 2 ਤੋਂ 2 ਲੱਖ ਠੇਕਾ ਹੈ 35 ਏਕੜ ਦਾ ਤੁਸੀਂ 70 ਲੱਖ ਦਿੰਦੇ ਹੋ ਜੀ ਸਰ ਤੇ 70 ਲੱਖ ਦੇਤਾ ਹੋਇਆ ਹੈ। ਜੀ ਦੇ ਦਿੱਤਾ ਤੇ ਅਗਲਾ ਜਦੋਂ ਦੇਣਾ ਹੈ ਤਾਂ ਫੇਰ ਉਹ 70 ਲੱਖ ਮੰਗੇਗਾ ਜਾਂ ਪਿਛਲੇ ਸਾਲ ਤੇ ਮਾਫ ਕਰੇਗਾ? ਨਹੀਂ ਸਰ ਇਹ ਤਾਂ ਕਿੰਨਾ ਦੀ ਜ਼ਮੀਨ ਹੈ ਉਹਨਾਂ ਤੇ ਐ ਮੂਵਮੈਂਟ ਉਹ ਮਾਫ ਨਹੀਂ ਕਰਦੇ ਸਰ ਸਾਨੂੰ ਅੱਛਾ ਉਹ ਆਂਦੇ ਕਿ ਉਹ ਤੁਹਾਡੇ ਆਪਣੀ ਕਿਸਮਤ ਹੈ ਅਸੀਂ ਠੇਕਾ ਲੈਣਾ ਅੱਗੇ ਤੁਹਾਡੀ ਕਿਸਮਤ ਤੇ ਤੇਰੇ ਕੋਲ ਅੱਗੇ ਦੇਣ ਨੂੰ 70 ਲੱਖ ਹੈ ਨਹੀਂ ਨਾ ਹੋਇਆ ਤਾਂ ਫਿਰ ਸਰ ਪੈਸੇ ਨਹੀਂ ਹੈ ਤਾਂ ਫਿਰ ਕੋਈ ਮਜ਼ਦੂਰੀ ਕੋਈ ਹੋਰ ਹੀ ਹੱਲ ਕੱਢਣਾ ਹੈ